प्यारी साध संगत जी, आओ सारे रसना नूं पवित्र करिए और अपने मालक खालक नूं अंतर ध्यान करके, क्योंकि महापुरुषां ने फरमाया है, गुर की मूरत मन में ध्यान, गुर के शब्द मंत्र मन मान, गुर के चरण हृदय लै तारो, गुर पार ब्रह्म सदा नमस्कारो। मत कोई परम भूले संसार, गुर बिन कोय न उतरस पार। आओ गुरु का ध्यान करते हुए, अपनी रसना नूं पवित्र करते हुए गज वज के बोलो जी, जय गुरुदेव, धन गुरुदेव जी। संत जनों, दुनिया भर दे विच जिन्ने भी त्योहार बने हैं, वो एकता का प्रतख सबूत देंदे ने। जिथे रिश्तेदारियां, दोस्त मित्र, गली मुहल्ला सारे ही इकट्ठे होके वो खुशियां मनाते हैं। इसी तरह जनवरी के महीने विच साडा एक त्योहार है जिसनों असी लोहड़ी नाल याद करते हैं। बेसिकली हर साल 13 जनवरी नूं हुंदा है। सर्दियां भर हुंदियां ने और आप जी नूं पता है कि हौली हौली विदेशां दे विच असी जो आके वस गए हाँ, अपनी ट्रेडिशन किधरे भुल ना जाइए, क्योंकि इन्हां त्योहारां दे नाल साडे संबंध जुड़े हुए हैं। केवल त्योहार नहीं हैं, परिवार नूं एक करन दे विच, परिवार दे इकट्ठ दे विच दुख सुख विच शामिल होण लई ये साडे बजुर्गां ने सदियां तो उलीके। दरअसल हाड़ी ते सौणी दे नाल बहुत सारे त्योहार जुड़े हुए हैं। पंजाब दे विच विआह शादियां भी फसलां दे आउण दे नाल ही उस करके ही ये तरीकां दित्तियां मिथियां गईयां सन। इस वास्ते लोहड़ी का त्योहार भी जनवरी के महीने च हुंदा है और ये 13 जनवरी तो काफ़ी दिन पहला इस दियां तैयारियां पिंडां दे विच, शहरां दे विच शुरू हो जांदियां ने। शहरां विच ते हुण लगदा नहीं, बस शगन करदे होणगे, लेकिन पिंडां विच क्योंकि मैनूं भी आया इत्थे 54-55 साल हो गए ने, हुण पता नहीं कि इस वक्त लोग इंज उत्साह करते हैं कि नहीं करते, क्योंकि पिंडां विच भी शहरां वाले माहौल बन गए ने। लेकिन असीं जो छुट्टे हुंदे सां, कई दिन पहलां लोहड़ी मंगण जाना। असी हर घर दे अगे अपने अपने महल्ले दे विच मुंडियां ने कुड़ियां ने मिल के गीत गाने और घर वालियां ने कुछ ना कुछ साडी झोली च पाना। फिर असी लकड़ां भी, गोहे भी, वो भी इकट्ठे करदे हुंदे सन लोहड़ी बालण लई, जिन्नू इत्थे यूरोप विच बनफायर कहिंदे ने। ये त्योहार बड़े खुशियां ते चावां नाल
ਖਾਸ ਤੌਰ 'ਤੇ ਜਿਨ੍ਹਾਂ ਦੇ ਘਰ ਵਿੱਚ ਸ਼ਾਦੀ ਉਸ ਸਾਲ ਵਿੱਚ ਹੋਈ ਹੋਵੇ, ਉਹ ਸ਼ਾਦੀ ਦੀ ਖੁਸ਼ੀ ਵਿੱਚ ਪਹਿਲੀ ਲੋਹੜੀ ਬੜੇ ਹੀ ਚਾਅ ਨਾਲ ਮਨਾਈ ਜਾਂਦੀ ਹੈ। ਜਾਂ ਹਰੀ ਨੇ ਬੱਚੇ ਦੀ ਦਾਤ ਬਖਸ਼ੀ ਹੋਏ, ਉਹ ਵੀ ਬੜੀ ਖੁਸ਼ੀ ਨਾਲ ਮਨਾਇਆ ਜਾਂਦਾ ਹੈ। ਔਰ ਸੰਤ ਜਨੋਂ ਜਦੋਂ ਅਸੀਂ ਲੈਣ ਜਾਣਾ ਲੋਹੜੀ, ਥੋੜ੍ਹਾ ਥੋੜ੍ਹਾ ਯਾਦ ਹੈ, ਡੱਬਾ ਭਰਿਆ ਲੀਰਾਂ ਦਾ ਇਹ ਘਰ ਅਮੀਰਾਂ ਦਾ। ਤੇ ਜੇ ਕਿਸੇ ਨਹੀਂ ਦਰਵਾਜ਼ਾ ਖੋਲ੍ਹਣਾ ਤੇ ਹੁੱਕਾ ਭਾਈ ਹੁੱਕਾ ਇਹ ਘਰ ਭੁੱਖਾ, ਲੇਕਿਨ ਕੋਈ ਗੁੱਸਾ ਨਹੀਂ ਸੀ ਕਰਦਾ। ਇਸੇ ਤਰ੍ਹਾਂ ਹੀ ਲੜਕੀਆਂ ਨੇ, ਉਹਨਾਂ ਨੇ ਗੀਤ ਗਾਣੇ, ਹੁੱਲੇ ਨੀ ਆਈ ਹੁੱਲੇ ਨੇ ਆਈ ਹੁੱਲੇ, ਦੋ ਬੇਰੀ ਪੱਤੇ ਝੁੱਲੇ, ਦੋ ਝੁੱਲ ਪਈਆਂ ਖਜੂਰਾਂ, ਖਜੂਰਾਂ ਸੁੱਟਿਆ ਮੇਵਾ। ਇਸ ਤਰ੍ਹਾਂ ਦੇ ਗੀਤ ਗਾਏ ਜਾਂਦੇ ਸਨ। ਇਹ ਮੁੰਡੇ ਦੇ ਘਰ ਮੰਗੇਵਾ, ਇਸ ਮੁੰਡੇ ਦੀ ਵਹੁਟੀ ਨਿਕੜੀ, ਇਹ ਖਾਂਦੀ ਚੂਰੀ ਖਿਚੜੀ, ਔਰ ਕੁੱਟ ਕੁੱਟ ਭਰਿਆ ਥਾਲ, ਵਹੁਟੀ ਬੜੇ ਰਵੇ ਨਨਾਨਾ ਨਾਲ। ਇਹ ਯਾਨੀ ਜਿਨ੍ਹਾਂ ਦੇ ਨਵਾਂ ਵਿਆਹ ਹੋਇਆ ਹੁੰਦਾ ਸੀ, ਉਹਨਾਂ ਵਾਸਤੇ ਲੜਕੀਆਂ ਨੇ ਗਾਣਾ। ਔਰ ਮੁੰਡਿਆਂ ਨੇ ਵੀ ਯਾਦ ਰੱਖਣਾ ਕਿ ਸੁੰਦਰ ਮੁੰਦਰੀਏ ਹੋ, ਮੈਨੂੰ ਯਾਦ ਹੈ ਜੀ, ਤੇਰਾ ਕੌਣ ਵਿਚਾਰਾ ਹੋ, ਦੁੱਲਾ ਪੱਟੀ ਵਾਲਾ ਹੋ। ਇਹ ਇੱਕ ਬਹੁਤ ਵੱਡੀ ਇਸ ਦੇ ਪਿੱਛੇ ਸਟੋਰੀ ਹੈ। ਸੁੰਦਰ ਤੇ ਮੁੰਦਰੀ, ਸੁੰਦਰੀ ਤੇ ਮੁੰਦਰੀ ਦੋ ਬਹੁਤ ਸੁੰਦਰ ਬੱਚੀਆਂ ਸਨ। ਔਰ ਉਸ ਵੇਲੇ ਮੁਗਲਾਂ ਦਾ ਰਾਜ ਸੀ, ਔਰ ਛੋਟੇ ਛੋਟੇ ਨਵਾਬ ਜਿਹੜੇ ਹਾਕਮ ਹੁੰਦੇ ਸਨ, ਉਹ ਵੀ ਜਿਹੜੀਆਂ ਸੁੰਦਰ ਬੱਚੀਆਂ ਹੋਣ ਉਹਨਾਂ ਨੂੰ ਜ਼ਬਰਦਸਤੀ ਲੈ ਜਾਂਦੇ ਸਨ। ਔਰ ਬੇਸ਼ੱਕ ਜਿਹੜੀ ਬਾਲ ਸ਼ਾਦੀ ਦੀ ਗੱਲ ਹੈ, ਉਹ ਹੁਣ ਤੇ ਉਹ ਵੀ ਕਰੈਕਟਰ ਚਰਨ ਨਹੀਂ ਰਿਹਾ, ਲੇਕਿਨ ਉਸ ਵੇਲੇ ਇੰਨਾ ਆਚਰਨ ਸੀ ਕਿ ਜਿਸ ਬੱਚੀ ਦੀ ਸ਼ਾਦੀ ਹੋ ਗਈ ਹੋਵੇ ਉਸ ਨੂੰ ਫਿਰ ਕੋਈ ਨੁਕਸਾਨ ਨਹੀਂ ਸੀ ਦਿੰਦੇ। ਹੁਣ ਤੇ ਉਹ ਵੀ ਨਹੀਂ ਰਿਹਾ, ਹੁਣ ਤੇ ਭਰੋਸਾ ਹੀ ਨਹੀਂ ਰਿਹਾ। ਔਰ ਸੰਤ ਜਨੋਂ ਉਸ ਵੇਲੇ ਤਾਂ ਹੀ ਬਾਲ ਸ਼ਾਦੀਆਂ ਕਰ ਦਿੰਦੇ ਸਨ, ਛੋਟੀ ਉਮਰ 'ਚ ਹੀ ਸ਼ਾਦੀ ਕਰਦੇ ਨਹੀਂ। ਤੇ ਆ ਜਿਹੜਾ ਬਿੰਦੀ ਲਗਾਉਂਦੀਆਂ ਬੀਬੀਆਂ, ਸੰਧੂਰ ਲਾਉਂਦੀਆਂ, ਇਹ ਇੱਕ ਨਿਸ਼ਾਨੀ ਹੁੰਦੀ ਸੀ ਕਿ ਇਹ ਬੱਚੀ ਸ਼ਾਦੀशुदा ਹੈ। ਸੋ ਇਸ ਵਾਸਤੇ ਇਹ ਇੱਕ ਕਹਾਣੀ ਬੜੀ ਪੰਜਾਬ ਦੇ ਵਿੱਚ ਮਸ਼ਹੂਰ ਸੀ ਕਿ ਸੁੰਦਰੀ ਤੇ ਮੁੰਦਰੀ ਦੋ ਭੈਣਾਂ ਨੂੰ ਹਾਕਮ ਨੇ ਕਿਹਾ ਕਿ ਇਹ ਮੈਨੂੰ ਦੇ ਦਿਓ। ਔਰ ਉਸ ਵਕਤ ਉਹ ਕੁਆਰੀਆਂ ਸਨ ਤੇ ਇੱਕ ਜੰਗਲ ਦੇ ਵਿੱਚ, ਜਿਹਨੂੰ ਕਿ ਆਮ ਤੌਰ ਤੇ ਕਹਿੰਦੇ ਸੀ ਡਾਕੂ ਸੀ, ਲੇਕਿਨ ਉਹ ਗਰੀਬਾਂ ਦੇ ਨਾਲ ਬਹੁਤ ਖੜਦਾ ਸੀ, ਔਰ ਉਸਦਾ ਨਾਂ ਸੀ ਦੁੱਲਾ ਪੱਟੀ। ਉਸਨੇ ਉਹ ਬੱਚੀਆਂ ਨੂੰ ਜੰਗਲ ਵਿੱਚ ਲਿਜਾ ਕੇ ਤੇ ਸ਼ਾਦੀ ਕੀਤੀ ਸੀ। ਔਰ ਉਹ ਗੀਤ ਅਸੀਂ ਪਿੰਡਾਂ ਦੇ ਵਿੱਚ ਗਾਇਆ ਕਰਦੇ ਸਨ, ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ। ਇੱਕ ਨੇ ਅੱਗੇ ਗਾਣਾ, ਬਾਕੀ ਸਾਰਿਆਂ ਕਹਿਣਾ ਹੋ, ਦੁੱਲਾ ਪੱਟੀ ਵਾਲਾ ਹੋ, ਦੁੱਲੇ ਧੀ ਵਿਆਹੀ, ਸ਼ੇਰ ਸ਼ੱਕਰ ਪਾਈ, ਕੁੜੀ ਦਾ ਲਾਲ ਪਟਾਕਾ,
ਕੁੜੀ ਦਾ ਸਾਲੂ ਪਾਟਾ, ਸਾਲੂ ਕੌਣ ਸਮੇਟੇ, ਚਾਚੇ ਚੂਰੀ ਕੁੱਟੀ, ਜ਼ਿਮੀਂਦਾਰਾਂ ਲੁੱਟੀ, ਜ਼ਿਮੀਂਦਾਰ ਸੁਧਾਏ, ਬੜੇ ਭੋਲੇ ਆਏ। ਇਹੋ ਜਿਹੇ ਗੀਤ ਅਸੀਂ ਗਾਇਆ ਕਰਦੇ ਸਾਂ। ਔਰ ਘਰ ਵਾਲਿਆਂ, ਕਿਸੇ ਨੇ ਮੂੰਗਫਲੀ, ਕਿਸੇ ਨੇ ਦਾਣੇ, ਇਸ ਤਰ੍ਹਾਂ। ਤੇ ਫਿਰ ਮੁੰਡਿਆਂ ਨੇ ਬਹਿ ਕੇ ਆਪਣੀ ਟੋਲੀ ਲਗਾਣੀ, ਕੁੜੀਆਂ ਬੀਬੀਆਂ ਨੇ ਆਪਣੇ। ਬੇਸਿਕਲੀ ਤਕਰੀਬਨ 2-3 ਹਫ਼ਤੇ ਇਹ ਮਾਹੌਲ ਬਣਿਆ ਰਹਿੰਦਾ ਸੀ। ਔਰ ਉਹ ਭਾਗਾਂ ਵਾਲੇ ਘਰ ਨੇ ਜਿੱਥੇ ਅੱਜ ਵੀ ਇਹੋ ਜਿਹਾ ਮਾਹੌਲ ਹੈ। ਇਹ ਇਕੱਠਾਪਣ ਕਰਦਾ ਸੀ। ਇੱਥੇ ਅਸੀਂ ਦੇਖਿਆ ਕਿ ਹੁਣ ਸਾਡੇ ਜਿੰਨੇ ਹਿੰਦੁਸਤਾਨੀ ਭੈਣਾਂ ਭਰਾ ਨੇ, ਪੰਜਾਬੀ ਖਾਸ ਤੌਰ 'ਤੇ, ਉਹ ਤੇ ਇੱਥੇ ਵੀ ਹੁਣ ਮੂੰਗਫਲੀ ਤੇ ਖਾਣ ਹੀ ਲੱਗ ਪੈਣ। ਤੇ ਰੇਹੜੀਆਂ, ਇਹ ਸਾਰਾ ਗੁੜ, ਇਹ ਸਾਰੀਆਂ ਚੀਜ਼ਾਂ ਹੁਣ ਇੱਥੇ ਲੋਹੜੀ ਦੇ ਦਿਨਾਂ 'ਚ ਮਿਲਣੀਆਂ ਸ਼ੁਰੂ ਹੋ ਗਈਆਂ ਨੇ। ਬੋਰੀ ਦੀ ਬੋਰੀ ਮੂੰਗਫਲੀ ਦੀ ਇਸ ਤਰ੍ਹਾਂ ਮਿਲ ਜਾਂਦੀ ਹੈ। ਲੇਕਿਨ ਜੋ ਇਸ ਤਿਉਹਾਰ ਦਾ ਮੰਤਵ ਹੈ, ਉਹਨੂੰ ਵੀ ਜੇ ਅਸੀਂ ਨਾ ਵਿਸਾਰੀਏ ਤੇ ਬਹੁਤ ਅੱਛੀ ਗੱਲ ਹੋਏਗੀ। ਕਿਸ ਤਰ੍ਹਾਂ ਉਹਨਾਂ ਦਿਨਾਂ ਦੇ ਵਿੱਚ ਜੋ ਇਕੱਠ ਸੀ, ਉਹ ਸਾਡੀ ਜ਼ਿੰਦਗੀ ਦਾ ਇੱਕ ਸਰੋਤ ਹੈ। ਅੱਜ ਅਸੀਂ ਦੇਖਦੇ ਹਾਂ, ਮੈਨੂੰ ਯਾਦ ਹੈ ਕਿ 1978-79 ਦੇ ਵਿੱਚ ਮੇਰੀ ਰਾਸ਼ਨ ਦੀ ਵਗੈਰਾ ਦੀ ਦੁਕਾਨ ਸੀ, ਔਰ ਉੱਥੇ ਇੱਕ ਅੰਗਰੇਜ਼ ਬਜ਼ੁਰਗ ਆਇਆ ਕਰਦਾ ਸੀ। ਉਹਨਾਂ ਦਿਨਾਂ ਵਿੱਚ ਘਰ ਘਰ ਦੇ ਹਰ ਘਰ ਵਿੱਚ ਟੈਲੀਫੋਨ ਦੀ ਲਾਈਨ ਵੀ ਨਹੀਂ ਸੀ ਹੁੰਦੀ। ਇੱਥੇ ਬਰਮਿੰਘਮ ਦੇ ਇਲਾਕੇ ਵਿੱਚ ਹੀ ਸੀ। ਔਰ ਅੰਗਰੇਜ਼ ਆਉਂਦਾ ਸੀ, ਬਜ਼ੁਰਗ ਸੀ ਉਹ। ਇੰਨਾ ਇਕੱਲਾਪਨ ਇਹਨਾਂ ਦੇਸ਼ਾਂ ਦੇ ਵਿੱਚ ਵੇਖ ਕੇ ਸਾਡੇ ਤੇ ਹੰਝੂ ਨਿਕਲ ਆਉਂਦੇ ਸੀ। ਜਿੱਥੇ ਮੇਰੀ ਦੁਕਾਨ ਸੀ, ਉੱਥੋਂ ਡਡਲੀ ਸਿਰਫ 2 ਮੀਲ ਪੈਂਦਾ ਸੀ। ਤੇ ਉਹਨੇ ਆ ਕੇ, ਉਸ ਬਜ਼ੁਰਗ ਨੇ ਸਾਡੀ ਦੁਕਾਨ ਤੋਂ ਆਪਣੇ ਭਰਾ ਨੂੰ ਟੈਲੀਫੋਨ ਕਰਨਾ, ਕਿਉਂਕਿ ਉਹਦੇ ਘਰ ਫੋਨ ਨਹੀਂ ਸੀ। ਔਰ ਇੱਕ ਦਿਨ ਮੈਂ ਸੁਣ ਲਿਆ, ਉਹ ਆਪਣੇ ਸਕੇ ਭਰਾ ਨੂੰ ਫੋਨ ਕਰੇ ਕਿ ਤੂੰ ਮੈਨੂੰ ਮਿਲਣ ਆ, ਸਿਰਫ 2 ਮੀਲ ਤੇ। ਸਾਡੀ ਦੁਕਾਨ ਰੌਲੀ ਰਿਜਿਸ ਵਿੱਚ ਸੀ, ਔਰ ਉਹ ਡਡਲੀ ਨਾਲ 2 ਮੀਲ ਵੀ ਨਹੀਂ ਹੋਣਾ। ਔਰ ਉਹਨੂੰ ਫੋਨ ਕਰੇ ਕਿ ਤੂੰ ਮੈਨੂੰ ਮਿਲਣ ਆ, ਮੇਰਾ ਬੜਾ ਦਿਲ ਕਰਦਾ ਹੈ ਤੇ ਮੈਂ ਤੈਨੂੰ ਪੈਟਰੋਲ ਦੇ ਪੈਸੇ ਦੇ ਦਿਆਂਗਾ। ਜਦੋਂ ਮੈਂ ਸੁਣਿਆ, ਹਾਲਾਂਕਿ ਜਦੋਂ ਉਹ ਫੋਨ ਕਰਦਾ ਸੀ ਅਸੀਂ ਪਰੇ ਹੋ ਜਾਂਦੇ ਸਾਂ, ਲੇਕਿਨ ਇਹ ਗੱਲ ਜਦੋਂ ਸੁਣੀ ਤੇ ਮੈਂ ਸ਼ੁਕਰ ਕੀਤਾ ਕਿ ਇਹ ਸੱਚੇ ਪਾਤਸ਼ਾਹ, ਅਜੇ ਸਾਡੇ ਹਿੰਦੁਸਤਾਨੀਆਂ ਦੇ ਵਿੱਚ ਇੰਨੀ ਦੁਬਿਧਾ ਅਜੇ ਨਹੀਂ ਪਈ। ਹੁਣ ਜਿੰਨੇ ਵੀ ਬੱਚੇ ਨੇ, ਇਹਨਾਂ ਸਾਰਿਆਂ ਨੂੰ ਅਸੀਂ ਆਪਣੇ ਤਿਉਹਾਰਾਂ ਦੀ, ਸਾਡੇ ਗੁਰਦੁਆਰਿਆਂ ਮੰਦਿਰਾਂ ਦੇ ਵਿੱਚ ਜਦੋਂ ਇਹਦੀ ਸਾਂਝ ਦੱਸੀ ਜਾਂਦੀ ਹੈ ਤੇ ਉਹ ਵੈਲਿਊ ਕਰਦੇ ਨੇ। ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਇਹ ਰਿਸ਼ਤੇਦਾਰੀਆਂ ਸਮਾਜ ਨੂੰ ਇਕੱਠਾ ਕਰਨ ਵਿੱਚ ਕਿਸ ਤਰ੍ਹਾਂ ਯੋਗਦਾਨ ਦਿੰਦੇ ਨੇ। ਹਰ ਕੋਈ ਇਹਨਾਂ ਦੇਸ਼ਾਂ ਦੇ ਵਿੱਚ ਰੁੱਝਿਆ ਵੀ ਹੈ, ਰੁਝਾਨ ਵੀ ਬੜਾ ਹੈ, ਇਹਦੇ ਵਿੱਚ ਰੱਤੀ ਪਰ ਸ਼ੱਕ ਨਹੀਂ, ਕਿਉਂਕਿ ਖਰਚੇ ਇੰਨੇ ਵੱਧ ਗਏ ਨੇ। ਜੇ ਦੋਏ ਜੀ ਕੰਮ ਨਾ ਕਰਨ ਤੇ ਬਿੱਲ ਤਾਰਨ ਦੇ ਵਿੱਚ ਵੀ ਦਿੱਕਤ ਆਉਂਦੀ ਹੋਏਗੀ। ਤੇ ਇਸ ਵਾਸਤੇ ਕੰਮਾਂ ਕਾਰਾਂ ਦੇ ਵਿੱਚ ਹਰ ਕੋਈ ਰੁੱਝਿਆ ਰਹਿੰਦਾ ਹੈ। ਲੇਕਿਨ ਫਿਰ ਵੀ ਇਹ ਤਿਉਹਾਰਾਂ ਨੂੰ ਜਦੋਂ ਮਨਾਉਂਦੇ ਆ
ਤੇ ਅਸੀਂ ਜੇ ਇਕੱਠੇ ਹੋ ਜਾਈਏ ਤੇ ਸਾਡੇ ਪਰਿਵਾਰਾਂ ਵਿੱਚ ਬੜਾ ਸੁੱਖ ਤੇ ਸ਼ਾਂਤੀ ਕਾਇਮ ਰਹਿ ਸਕਦੀ ਹੈ। ਇਸ ਵਾਸਤੇ ਸੰਤ ਜਨੋ, ਅੱਜ ਅਸੀਂ ਜਦੋਂ ਦੁੱਲੇ ਭੱਟੀ ਦੀ ਗੱਲ ਚੇਤੇ ਕਰਦੇ ਹਾਂ, ਇਸ ਦੇਸ਼ ਦੇ ਵਿੱਚ ਵੀ ਮੈਂ 1970 ਦੇ ਲਾਗੇ ਚਾਗੇ ਦੀ ਗੱਲ ਕਰਦਾ ਹਾਂ ਕਿ ਸਾਡੇ ਪਰਿਵਾਰ ਹਿੰਦੁਸਤਾਨੀਆਂ ਦੇ ਪਹਿਲਾਂ ਆ ਗਏ ਸੀ, ਭਾਰਤੀਆਂ ਦੇ, ਔਰ ਸਾਡੇ ਬੱਚੇ ਜਦੋਂ ਸਕੂਲ ਜਾਂਦੇ ਸੀ ਔਰ ਉਹਨਾਂ ਨੂੰ ਖਰਾਬ ਕਰਨ ਵਾਸਤੇ, ਐਕਸਪਲਾਇਟ ਕਰਨ ਲਈ ਇਸ ਤਰ੍ਹਾਂ ਦੇ ਵੀ ਕੇਸ ਉਹਨਾਂ ਦਿਨਾਂ 'ਚ ਦਾਸ ਕੋਲ ਆਉਂਦੇ ਸਨ ਕਿ ਬੱਚੀਆਂ ਨੂੰ ਵਰਗਲਾ ਕੇ ਫਿਰ ਉਹਨਾਂ ਦੇ ਕੋਲੋਂ ਮੰਦੇ ਕੰਮ ਕਰਵਾਉਣੇ, ਡਰੱਗ ਤੇ ਲਗਾ ਦੇਣਾ, ਔਰ ਇਹੋ ਜਿਹੇ ਕੰਮ ਕਰਾ ਕੇ ਤੇ ਉਹਨਾਂ ਨੂੰ ਫਿਰ ਕਿਸੇ ਹੋਰ ਦੇਸ਼ ਵਿੱਚ ਲਾ ਕੇ ਵੇਚ ਵੀ ਦੇਣਾ। ਇਸ ਤਰ੍ਹਾਂ ਦੇ ਕੰਮ ਹੀ ਹੁੰਦੇ ਸਨ। ਔਰ ਜੋ ਬੱਚੀ ਸਾਡੀ ਕੋਈ ਗਲਤੀ ਕਰ ਲੇ, ਭੁੱਲ ਹੋ ਜਾਏ, ਤੇ ਫਿਰ ਮਾਂ ਬਾਪ ਵੀ ਬੜੇ ਸਖਤ ਸਨ ਵੀ ਇੱਕ ਵਾਰੀ ਤੂੰ ਘਰ ਛੱਡ ਦਿੱਤਾ ਹੈ ਤੇ ਹੁਣ ਸਾਡੇ ਵਾਸਤੇ ਤੂੰ ਖਤਮ ਹੈ, ਸਾਡਾ ਤੇਰਾ ਕੋਈ ਰਿਸ਼ਤਾ ਨਹੀਂ। ਮਾਂ ਬਾਪ ਦੀ ਵੀ ਮਜਬੂਰੀ ਸਮਝਦੇ ਆ, ਹੋਰ ਬੱਚੇ ਵੀ ਹੁੰਦੇ ਨੇ, ਉਹ ਵੀ ਨਾ ਵਿਗੜ ਜਾਣ, ਇਸ ਵਾਸਤੇ ਉਹਨਾਂ ਦਾ ਇਹ ਮਨੋਭਾਵ ਹੁੰਦਾ ਸੀਗਾ। ਔਰ ਜਦੋਂ ਇੱਕ ਬੱਚੇ ਦਾ ਕਿਸੇ ਯੋਗ ਬੱਚੇ ਨਾਲ ਧਿਆਨ ਬਣਦਾ ਤੇ ਅਸੀਂ ਉਹਨੂੰ ਕੋਈ ਕਮਜ਼ੋਰੀ ਨਹੀਂ ਸਮਝਦੇ, ਨਾ ਹੀ ਅਸੀਂ ਉਸਨੂੰ ਉਹਦੇ ਵਿਰੋਧੀ ਹਾਂ, ਲੇਕਿਨ ਜਾਣ ਬੁੱਝ ਕੇ ਐਕਸਪਲਾਇਟ ਕਰਨਾ, ਇੱਕ ਨੀਤੀ ਬਣਾ ਕੇ ਕਰਨਾ, ਉਹ ਉਸ ਵੇਲੇ ਸਾਨੂੰ ਇਹ ਪਸੰਦ ਨਹੀਂ ਸੀ। ਔਰ ਜਿਹੜੇ ਬੱਚੇ ਇੱਕ ਵਾਰੀ ਇਸ ਤਰ੍ਹਾਂ ਦਾ ਕੰਮ ਹੋ ਜਾਏ ਫਿਰ ਉਹ ਘਰ ਛੱਡ ਜਾਂਦਾ ਸੀ ਜੇ ਕੋਈ, ਕਿਉਂਕਿ ਜਿਹੜੇ ਮੇਰੀ ਉਮਰ ਦੇ ਇੱਥੇ ਹੈ ਉਹਨਾਂ ਨੂੰ ਯਾਦ ਹੋਏਗਾ, ਫਿਰ ਉਹ ਸੋਸ਼ਲ ਵਰਕਰ ਜਿਹੜੇ ਨੇ ਉਹ ਅੰਗਰੇਜ਼ ਹੀ ਹੁੰਦੇ ਸਨ ਤੇ ਉਹ ਉਹਨਾਂ ਨੂੰ ਫਿਰ ਖਰਾਬ ਵੀ ਕਰਦੇ ਸੀ। ਅੰਗਰੇਜ਼ ਨੇ ਤੇ ਸਿੱਧਾ ਇਹ ਕਹਿਣਾ ਵੀ ਤੇਰੇ ਬੈਨੀਫਿਟ ਲੱਗ ਜਾਣਗੇ, ਤੈਨੂੰ ਹੋਸਟਲ ਵਿੱਚ ਭੇਜ ਦਿੰਦੇ ਆ, ਤੂੰ ਇੰਡੀਪੈਂਡੈਂਟ ਰਹਿ ਸਕਣੀ ਹੈ, ਖਾਸ ਤੌਰ ਤੇ ਲੜਕੀਆਂ ਵਾਸਤੇ। ਔਰ ਫਿਰ ਉਹ ਹਮੇਸ਼ਾ ਵਾਸਤੇ ਉਹ ਲੜਕੀ ਦਾ ਭਵਿੱਖ ਜਿਹੜਾ ਉਹ ਖਤਮ ਹੋ ਜਾਂਦਾ। ਅਸੀਂ ਉਸ ਵੇਲੇ ਇੱਥੇ ਮਿਲ ਕੇ ਹੋਰ ਸਾਥੀਆਂ ਦੇ ਨਾਲ ਉਹ ਜਿਹੜਾ ਹੋਸਟਲ ਹੈ ਉਹ ਅਸੀਂ ਆਪਣਾ ਬਣਾਇਆ, ਇੰਡੀਅਨ ਕਮਿਊਨਿਟੀ ਦਾ, ਕਿਉਂਕਿ ਇੰਡੀਅਨ ਹੀ ਬੱਚੀਆਂ ਸੀ ਉਸ ਵੇਲੇ। ਔਰ ਫਿਰ ਉੱਥੇ ਜਿਹੜੇ ਸੋਸ਼ਲ ਵਰਕਰ ਵੀ ਰੱਖੇ ਉਹ ਅਸੀਂ ਇੰਡੀਅਨ ਹੀ ਰੱਖੇ ਸੀ। ਸਾਡਾ ਇਹ ਮਤਲਬ, ਮੈਂ ਦੁੱਲੇ ਭੱਟੀ ਦੀ ਗੱਲ ਉਹਦੇ ਤੋਂ ਦੱਸ ਰਿਹਾ ਹਾਂ ਕਿ ਇਹ ਸਮੱਸਿਆਵਾਂ ਹਰ ਯੁੱਗ ਵਿੱਚ ਆਉਂਦੀਆਂ ਰਹੀਆਂ ਨੇ, ਹੁਣ ਵੀ ਆ ਰਹੀਆਂ ਨੇ। ਔਰ ਅਸੀਂ ਉਸ ਵੇਲੇ ਜੋ ਹੈ ਸਾਰਿਆਂ ਨੇ ਮਿਲ ਕੇ ਤੇ ਬਣਾਇਆ, ਤੇ ਸੋਸ਼ਲ ਵਰਕਰ ਵੀ ਇੰਡੀਅਨ ਸਨ, ਤੇ ਸਾਡਾ ਇਹ ਟਾਰਗੇਟ ਹੁੰਦਾ ਸੀ ਜੇ ਬੱਚੀ ਕੋਲੋਂ ਗਲਤੀ ਹੋ ਗਈ ਹੈ ਅਸੀਂ ਇਸ ਨੂੰ ਵਾਪਸ ਭੇਜਣਾ, ਇਹਦੇ ਮਾਂ ਬਾਪ ਦੇ ਨਾਲ ਇਹਦੇ ਸੰਬੰਧ ਬਣਾਉਣੇ ਨੇ। ਇਸ ਵਾਸਤੇ ਉਸ ਬੜੀ ਕਾਮਯਾਬੀ ਉੱਥੇ ਹੋਈ, ਕਿਉਂਕਿ ਜਿਹੜੇ ਸੋਸ਼ਲ ਵਰਕਰ ਸਨ ਉਹ ਵੱਖ-ਵੱਖ ਕਰਨ ਵੱਲ ਉਹਨਾਂ ਦਾ ਧਿਆਨ ਨਹੀਂ ਸੀ ਹੁੰਦਾ, ਜੋੜਨ ਵੱਲ ਧਿਆਨ ਹੁੰਦਾ ਸੀ, ਤੋੜਨ ਵੱਲ ਨਹੀਂ ਹੁੰਦਾ। ਦੂਸਰੇ ਪਾਸੇ ਮਾਪਿਆਂ ਨੂੰ ਵੀ ਸਮਝਾਉਣਾ ਹੁੰਦਾ ਸੀ ਕਿ ਦੇਖੋ ਕਿਸੇ ਕੋਲੋਂ ਵੀ ਗਲਤੀ ਹੋ ਸਕਦੀ, ਤੁਸੀਂ ਵੀ ਆਪਣੇ ਆਪ ਨੂੰ ਐਡਜਸਟ ਕਰੋ। ਔਰ ਮੈਨੂੰ ਬੜੀ ਖੁਸ਼ੀ ਹੈ ਕਿ ਹੁਣ ਤੇ ਸਾਨੂੰ ਉਸ ਹੋਸਟਲ ਦੀ ਜ਼ਰੂਰਤ ਨਹੀਂ ਹੈ, ਹੁਣ ਸਾਡੇ ਉਂਝ ਹੀ ਸੋਸ਼ਲ ਵਰਕਰ ਜਿਹੜੇ ਨੇ ਮੇਨ ਸਟਰੀਮ 'ਚ ਨੇ, ਉਹ ਜਿਹੜੇ ਉਂਝ ਵੀ ਉਦੋਂ ਤੇ ਨੌਕਰੀਆਂ ਹੀ ਨਹੀਂ ਸੀ ਦਿੰਦੇ, ਤੇ ਇਸ ਵਾਸਤੇ ਉਸ ਵਕਤ ਇਹ ਜ਼ਰੂਰਤ ਸੀ। ਅੱਜ ਦੀ ਡੇਟ ਵਿੱਚ ਸਾਡੇ ਬੱਚੇ ਇੱਥੋਂ ਦੇ ਜੰਮਪਲ ਪੜ੍ਹੇ ਲਿਖੇ ਨੇ, ਉਹ ਹਰ ਵਿਭਾਗ ਦੇ ਵਿੱਚ ਉਹ ਆ ਗਏ ਨੇ, ਸੋ ਸਾਨੂੰ ਕੋਈ ਵੱਖਰਾਪਨ ਕਰਨ ਦੀ ਹੁਣ ਜ਼ਰੂਰਤ ਨਹੀਂ ਪੈਂਦੀ। ਲੇਕਿਨ
ਸਮੱਸਿਆਵਾਂ ਹੁਣ ਵੀ ਨੇ। ਔਰ ਤੁਸੀਂ ਉਸ ਵੇਲੇ ਦੀ ਗੱਲ ਕਰੋ, ਦੁੱਲਾ ਭੱਟੀ ਨੇ ਕਿੱਡਾ ਵੱਡਾ ਇੱਕ ਪਰਉਪਕਾਰ ਉਸ ਵੇਲੇ ਕੀਤਾ, ਔਰ ਜੰਗਲ ਦੇ ਵਿੱਚ ਹੀ ਅੱਗ ਬਾਲ ਕੇ ਉਹ ਬੱਚੀਆਂ ਦੀ ਸ਼ਾਦੀ ਕਰ ਦਿੱਤੀ। ਇਸ ਵਾਸਤੇ ਲੋਹੜੀ ਦਾ ਤਿਉਹਾਰ ਮਾਫ ਕਰਨ ਦਾ ਵੀ ਹੈ। ਲੋਹੜੀ ਦਾ ਤਿਉਹਾਰ ਜੋੜਨ ਦਾ ਹੈ। ਇਸ ਲਈ ਆਓ ਅਸੀਂ ਇਹਨਾਂ ਤਿਉਹਾਰਾਂ ਨੂੰ ਔਰ ਇਹਨਾਂ ਦਾ ਅਸਲੀ ਮਤਲਬ ਸਮਝੀਏ। ਅੱਜ ਦੀ ਜ਼ਰੂਰਤ ਹੈ ਉਸ ਮੁਤਾਬਕ ਸਮਝੀਏ। ਸਾਧ ਸੰਗਤ, ਅੱਜ ਦੀ ਵੀ ਜ਼ਰੂਰਤ ਹੈ ਤਾਂ ਕਿ ਸਾਡੇ ਬੱਚਿਆਂ ਨੂੰ ਤੇ ਸਾਡੀ ਬੱਚੀਆਂ ਨੂੰ ਉਹਨਾਂ ਨੂੰ ਸਹੀ ਗਾਈਡੈਂਸ ਮਿਲੇ, ਉਹਨਾਂ ਨੂੰ ਸਹੀ ਜਾਣਕਾਰੀ ਦਿੱਤੀ ਜਾਏ, ਪੜ੍ਹਾਇਆ ਲਿਖਾਇਆ ਜਾਏ, ਔਰ ਜਿਹੜੇ ਸਾਡੇ ਕਲਚਰ ਦੇ, ਸਾਡੇ ਸਮਾਜ ਦੇ ਚੰਗੀਆਂ ਗੱਲਾਂ ਨੇ ਉਹਨਾਂ ਨੂੰ ਅਸੀਂ ਹੋਰ ਪੱਕਿਆ ਕਰਨ ਦੀ ਕੋਸ਼ਿਸ਼ ਕਰਨੀ ਹੈ। ਮੰਦੀਆਂ ਵੀ ਨੇ ਜਿਹੜੇ ਬੱਚੇ ਸਾਡੇ ਪਸੰਦ ਨਹੀਂ ਕਰਦੇ, ਜਿਵੇਂ ਅਜੇ ਵੀ ਕਈ ਬਜ਼ੁਰਗ ਘਰਾਂ ਵਿੱਚ ਬਹਿ ਕੇ ਤੇ ਚੁਗਲੀਆਂ ਕਰੀ ਜਾਣੀਆਂ, ਨਾ ਲੈਣਾ ਨਾ ਦੇਣਾ। ਜਿੱਥੇ ਸਾਡਾ ਕੋਈ ਵਾਸੀ ਨਹੀਂ ਚੱਲਦਾ ਉਹ ਗੱਲਾਂ ਕਰੀ ਜਾਣੀਆਂ ਕਿਸੇ ਦੀਆਂ। ਇਸ ਵਾਸਤੇ ਇੱਥੇ ਤੇ ਇਹ ਗੱਲ ਹੁਣ ਬਰਦਾਸ਼ਤ ਨਹੀਂ ਹੁੰਦੀ। ਇਸ ਵੇਲੇ ਤੀਸਰੀ ਚੌਥੀ ਜਨਰੇਸ਼ਨ ਹੈ। ਇਸ ਵੇਲੇ ਗੱਲ ਆਪਣੀ ਤੂੰ ਕਰ, ਤੈਨੂੰ ਹੋਰ ਨਾਲ ਕੀ, ਤੂੰ ਗਠੜੀ ਸੰਭਾਲ, ਤੈਨੂੰ ਜ਼ੋਰ ਨਾਲ ਕੀ। ਇਸ ਵਕਤ ਇਹ ਸਮੱਸਿਆਵਾਂ ਹਨ ਕਿ ਉਹਨਾਂ ਦਾ ਹੱਲ ਜਿਹੜਾ ਹੈ ਉਹ ਹੁਣ ਦੇ ਦੌਰ ਵਿੱਚ ਹੁਣ ਦੇ ਹਿਸਾਬ ਨਾਲ ਕਰਨਾ ਪਏਗਾ। ਅਸੀਂ ਪੁਰਾਣੇ ਹਿਸਾਬ ਨਾਲ ਨਹੀਂ ਕਰ ਸਕਦੇ। ਹੁਣ ਜੋ ਵਿਵਸਥਾ ਨੇ, ਜਿਸ ਤਰ੍ਹਾਂ ਕਿ ਇਹਨਾਂ ਦਿਨਾਂ ਵਿੱਚ ਕਰੋਨਾ ਮਹਾਂਮਾਰੀ ਹੈ, ਔਰ ਸਾਡੇ ਵੀ ਏਸ਼ੀਅਨ ਭੈਣਾਂ ਭਰਾਵਾਂ ਨੂੰ ਵੀ ਬਹੁਤ ਹੋ ਰਿਹਾ। ਇਸ ਨੂੰ ਅਸੀਂ ਬਿਲਕੁਲ ਮਾਮੂਲੀ ਜਿਹਾ ਸਮਝ ਕੇ ਤੇ ਇਗਨੋਰ ਕਰਦੇ ਰਹੇ ਹਾਂ। ਇਹ ਮਾਮੂਲੀ ਗੱਲ ਨਹੀਂ ਹੈ, ਕਿਉਂਕਿ ਸਾਡੇ ਆਪਣੇ ਹੀ ਬੜੇ ਦੋਸਤ ਮਿੱਤਰ ਜਿਹੜੇ ਨੇ ਉਹ ਇਹਦਾ ਸ਼ਿਕਾਰ ਹੋਏ ਨੇ। ਇਹ ਸਮਝਦੇ ਹੋ ਕਿ ਮੈਨੂੰ ਕਿਹੜਾ ਹੋਣਾ। ਇੱਥੇ ਵੁਲਵਰਹੈਂਪਟਨ ਦੇ ਵਿੱਚ ਮੇਰੇ ਬਹੁਤ ਹੀ ਅੱਛੇ ਦੋਸਤ ਸਤਿਕਾਰ ਕਰਦੇ ਆ ਮੇਜਰ ਸਿੰਘ ਜੀ ਦਾ। ਲక్ష్ਮੀ ਸਵੀਟ ਸੈਂਟਰ ਬੜਾ ਮਸ਼ਹੂਰ ਹੈ ਔਰ ਬੜੇ ਇਨਸਾਨ ਅੱਛੇ ਸਨ, ਸਿਹਤ ਵੀ ਬੜੀ ਚੰਗੀ। ਔਰ ਉਹਨਾਂ ਦਾ ਵੀ ਇਹ ਵਿਛੋੜਾ ਹੋ ਗਿਆ ਕਰੋਨਾ ਕਰਕੇ, ਕਿਉਂਕਿ ਹੋਇਆ ਉਹਨਾਂ ਸੋਚਿਆ ਕੋਈ ਗੱਲ ਨਹੀਂ, ਮੈਨੂੰ ਕੀ ਫਰਕ ਪੈਂਦਾ, ਕਾੜਾ ਪੀ ਲਾਂਗੇ। ਭਾਈ ਉੱਥੇ ਕਾੜਾ ਵਗੈਰਾ ਪੀਓ, ਅਦਰਕ ਲਸਣ, ਉਹ ਜੋ ਵੀ ਤੁਹਾਡੇ ਧਿਆਨ 'ਚ ਹੈ ਉਹ ਕਰੋ। ਲੇਕਿਨ ਜੋ ਇੱਥੇ ਰਿਸਰਚ ਡਾਕਟਰਾਂ ਦੀ, ਨਰਸਾਂ ਦੀ ਹੋਈ ਹੈ, ਉਹ ਵੀ ਤੇ ਸਾਨੂੰ ਖਿਆਲ ਰੱਖਣ ਦੀ ਲੋੜ ਹੈ। ਇਸ ਲਈ ਜਿਸ ਤਰ੍ਹਾਂ ਹਰ ਇੱਕ ਬੱਚਾ ਸਕੂਲ ਵਿੱਚ ਪੜ੍ਹਦਾ ਸੀ ਔਰ ਉਹਨੂੰ ਉੱਥੇ ਜਮਾਤ ਦੇ ਵਿੱਚ ਬੁਲਿੰਗ ਕਰਦੇ ਸੀ ਬੱਚੇ। ਆਮ ਬੱਚਿਆਂ ਨੂੰ ਹੋ ਜਾਂਦਾ, ਜਿਹੜੇ ਵਿੱਚ ਇੱਕ ਦੋ ਸਰੀਰ ਦੇ ਤਗੜੇ ਹੋਣ, ਉਹ ਕਲਾਸ ਵਿੱਚ ਆਪਣਾ ਗਰੁੱਪ ਬਣਾ ਲੈਂਦੇ ਨੇ, ਤੇ ਜਿਹੜਾ ਵਿਚਾਰਾ ਸ਼ਰੀਫ ਜਿਹਾ ਬੱਚਾ ਹੋਵੇ ਉਹਨੂੰ ਬੁਲਿੰਗ ਕਰਦੇ ਸੀ। ਬੱਚੇ ਨੇ ਮਾਂ ਨੂੰ ਆ ਕੇ ਦੱਸਿਆ, ਮਾਂ ਨੂੰ ਹੀ ਦੱਸਣਾ ਹੁੰਦਾ। ਔਰ ਜਦੋਂ ਮਾਂ ਨੂੰ ਦੱਸਿਆ, ਮਾਂ ਨੇ, ਵਿਚਾਰੀ ਮਾਂ ਤੇ ਮਾਂ ਹੀ ਹੁੰਦੀ ਹੈ, ਉਸਨੇ ਫਿਰ ਕਿਹਾ ਕਿ ਤੂੰ ਕੋਈ ਨਹੀਂ, ਤੈਨੂੰ ਮੈਂ ਘਰ ਹੀ ਪੜ੍ਹਾ ਦਿਆ ਕਰਾਂਗੀ। ਮਾਂ ਨੇ ਘਰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਮਾਂ ਸਿਆਣੀ ਸੀ ਔਰ ਇਹ ਸੱਚੀ ਸਟੋਰੀ ਹੈ। ਮਾਂ ਸਿਆਣੀ ਸੀ। ਸਕੂਲ ਤੋਂ ਚਿੱਠੀ ਆਈ, ਕਿਉਂਕਿ ਬੁਲਿੰਗ ਦਾ ਅੱਜ ਕੱਲ੍ਹ ਬੇਸ਼ੱਕ ਇੱਥੇ ਕਾਨੂੰਨ ਹੈ। ਤੁਹਾਡਾ ਬੱਚਾ ਵੀ ਕੋਈ ਬੁਲਿੰਗ ਹੁੰਦਾ, ਕਈ ਵਾਰੀ ਵਿਚਾਰਾ ਬੱਚਾ ਡਰਦਾ ਦੱਸਦਾ ਨਹੀਂ ਘਰ ਆ ਕੇ, ਲੇਕਿਨ
उसकी बॉडी लैंगुएज तो सानू माँ प्यो नू ख्याल रखना चाहिए कि किते इहो जी समस्या तो नहीं, क्योंकि जे बच्चे नू बुलिंग हुंदी होए, लोकी डरांदे होण दूजे बच्चे, या ਉਹਦੇ ਕੋਲ कई वारी पैसे ਖੋਹ ਲੈਣਾ, कोई इस तरह की चीज़ां करनियां, तो फिर बच्चे की पढ़ाई ते बड़ा असर पैंदा है। माँ बाप नू सोचण की जरूरत है। ते साध संगत तो माँ ने घर पढ़ाना शुरू कर दिता। स्कूलों चिट्ठी आई भी तू बच्चा स्कूल क्यों नहीं भेजदी। फिर चिट्ठी आई जिस तरह इत्थों दा है ही है, 3-4 चिट्ठियां आईयां और उन्हें नहीं भेजा, घाड़ी भरांदी रही। माँ अच्छी सियाणी सी और अखीर ते इस देश का कानून है कि कोर्ट विच लै जांदे ने एबसेंटीज करके, क्योंकि स्कूल विच जिहड़ा गैर हाजिरी करके तो लै गए। ते जिद्दी कोर्ट की चिट्ठी जिहड़ी कोर्ट बारे चिट्ठी जिहड़ी स्कूल तो आई, जदों माँ ने वेखी ते माँ उदास हो गई। वो बच्ची नू जिहड़ी पढ़ांदी सी, बच्ची ने चिट्ठी वेख लई और चिट्ठी पढ़ ली। चिट्ठी जदों पढ़ी ते बच्ची ने लाल पैन लिया ते स्कूल ने जिहड़ी चिट्ठी लिखी सी ਉਹਦੇ ਜਿਹੜੀਆਂ गलतियां सन ਉਹਨੇ ਉਹਨਾਂ ਨੂੰ सर्कल करना शुरू कर दिता। बच्ची ने जिस नू माँ ने घर पढ़ाया सी वो सर्कल करना शुरू कर दिता। ते माँ हालांकि डरे भी स्कूल की चिट्ठी है कोर्ट दी विच जाण दी, ते इन्हें बच्ची ने ਉਹਦੇ उत्ते लालशाही ना कर दिता। एनीवे जदों कोर्ट विच माँ गई डरदी डरदी, बच्ची भी नाल सी, ते जज ने माँ नू पुछया तेनू पता है तू क्यों आई है। माँ ने वो चिट्ठी जिहड़ी है जज दे अगे कर दिती। जज ने वेखी, उन्हें कहा कि लालशाही नाल किन्ने कीता है। माँ ने कहा जी मेरी बेटी ने, जिहदे बारे चिट्ठी है उन्हें कीता है, ते मैं उन्होंने घर पढ़ानी है। जज ते हैरान हो गया भी बच्ची जिहड़ी घर पाई पढ़दी है वो ज्यादा पढ़ गई है, उन्हें स्कूल की चिट्ठी च भी गलतियां कढ़ लईयां। केस तो उन्हें डिसमिस कर दिता। जज ने कहते जाओ कोई केस नहीं है। लेकिन इस गल का उत्थे सबूत मिल गया कि एक माँ ने किस तरीके नाल उस समस्या का हल आप ही किया। सो साध संगत वक्त अनुसार अज दुल्ला भट्टी बनन की तो शायद जरूरत नहीं है, लेकिन सानू एक दूजे नाल सांझ पाउण दी, एक दूजे का ख्याल रखण दी, साडा जिहड़ा समाज है उस तरह पक्का रहे, जिहड़ियां उहदियां ट्रडिशन वो बणियां रहन, इस चीज़ की बहुत जरूरत है। इस देश दे विच बहुत सारियां शादियां वो मिक्स हो रही हैं, साडे अपने परिवारां च मिक्स हो रही ने। बच्चे हुण जाति पाति, ऊंच नीच, मालवा माझा दुआबा वो नहीं वेखदे, और ਉਹਦੇ ਨਾਲ बड़ा पॉजिटिव, क्योंकि बच्चे सारे पढ़ रहे हैं, यूनिवर्सिटियां विच जांदे ने। और मेरी ते लोहड़ी वाले मैसेज जिहड़े समय दा जिहड़ा दा मैसेज है, स्नेह है दुल्ला भट्टी वाला, वो तो ये है कि माँ बाप भी ये वेखण कि जोड़ ठीक है, ये वेखना साडा फर्ज है। और यूनिवर्सिटियां विच या किते भी जे किते बच्चों का ध्यान बनता है, ये साडा फर्ज है वेखना कि नीयत माड़ी तो नहीं। जे नीयत ही माड़ी होए फिर ठीक नहीं है। इस तरह भी बच्चों भी ये ख्याल रखने की जरूरत है। मेरे एक दोस्त ने बड़े, और वो मैनू कहते उपासक जी साडियां शादियां बहुत टुट रही हैं एशियन दियां। मैं क्या जी हाँ टुट तो रही ने,
ਉਹਨਾਂ ਨੇ ਜਦੋਂ ਮੈਨੂੰ ਕਿਹਾ ਕਿ ਪੰਜਾਂ ਸ਼ਾਦੀਆਂ ਚੋਂ 3 ਸ਼ਾਦੀਆਂ ਟੁੱਟ ਰਹੀਆਂ। ਮੈਂ ਕਿਹਾ ਸਰਦਾਰ ਸਾਹਿਬ ਟੁੱਟ ਰਹੀਆਂ ਪਰ ਇੰਨੀਆਂ ਜ਼ਿਆਦਾ ਨਹੀਂ ਹੋਣੀਆਂ। ਜਦੋਂ ਮੈਂ ਇੰਝ ਕਿਹਾ ਤੇ ਉਹ ਮੈਨੂੰ ਕਹਿੰਦੇ 2 ਤੇ ਮੇਰੀਆਂ ਹੀ ਘਰ ਬੈਠੀਆਂ। ਇਹ ਮੈਂ ਕਿਸੇ ਦੀ ਪ੍ਰਾਈਵੇਟ ਗੱਲ ਨਾ ਲਏ ਬਗੈਰ ਇਸ ਲਈ ਦੱਸਣ ਲੱਗਾ ਤਾਂ ਕਿ ਹੁਣ ਉਹ ਦੁੱਲਾ ਭੱਟੀ ਵਾਲੀ ਗੱਲ ਤਾਂ ਨਹੀਂ ਹੈ, ਲੇਕਿਨ ਇਹ ਗੱਲ ਹੈ ਸਾਡੇ ਬੱਚਿਆਂ ਨੂੰ, ਔਰ ਉਹ ਇੱਥੋਂ ਤੱਕ ਵੀ ਕਿ ਉਹ ਬੱਚਾ ਲੜਕਾ ਤੇ ਲੜਕੀ ਜਿਨ੍ਹਾਂ ਦੀ ਗੱਲ ਕਰ ਰਹੇ ਹਾਂ 5 ਸਾਲ ਇੱਕ ਦੂਜੇ ਨੂੰ ਕਾਲਜ ਵਿੱਚ ਮਿਲਦੇ ਰਹੇ। ਹੁਣ ਇਹਨਾਂ ਬੱਚੇ ਵੀ ਨੌਜਵਾਨ ਨੋਟ ਰੱਖੋ ਵੀ ਜਦੋਂ ਅਸੀਂ ਉੱਦਾਂ ਮਿਲਨੇ ਆ ਫਿਰ ਤੇ ਹਰ ਕੋਈ ਬੰਦਾ ਕਹਿੰਦਾ ਹੀ ਆਈ ਲਵ ਯੂ। ਬੰਦੇ ਦਾ ਪਤਾ ਨਹੀਂ ਲੱਗਦਾ। ਬੰਦੇ ਦਾ ਪਤਾ ਲੱਗਦਾ ਜਦੋਂ ਅਸੀਂ ਕੋਲ ਰਹੀਏ ਜਾ ਕੇ, ਉਦੋਂ ਪਹਿਲਾਂ ਨਹੀਂ ਪਤਾ ਲੱਗਦਾ। ਪਹਿਲਾਂ ਤੇ ਬਾਹਰ ਈਟ ਆਊਟ ਹੋ ਗਿਆ ਤੇ ਬਾਹਰ ਚਲੇ ਗਏ ਤੇ ਹੌਲੀਡੇ ਚਲੇ ਗਏ, ਕੋਈ ਪਤਾ ਨਹੀਂ ਲੱਗਦਾ। ਔਰ ਪਤਾ ਲੱਗਦਾ ਇਸ ਵਾਸਤੇ ਸਾਡੇ ਬਜ਼ੁਰਗ ਜਿਹੜੇ ਸਨ ਉਹਨਾਂ ਨੇ ਦਾਦੇ ਪੜਦਾਦੇ ਤੋਂ ਪਤਾ ਕਰਨਾ ਵੀ ਉਹ ਕਿਵੇਂ ਸਨ, ਕੀ ਉਹ ਵੱਖ-ਵੱਖ ਹੋ ਗਏ ਸਨ, ਕੀ ਉਹ ਇਕੱਠੇ ਰਹਿੰਦੇ ਸਨ। ਇਹ ਸਾਰੀਆਂ ਚੀਜ਼ਾਂ ਕਿਉਂਕਿ ਜੋ ਟ੍ਰੈਡੀਸ਼ਨ ਪਰਿਵਾਰਾਂ ਦੀ ਹੁੰਦੀ ਹੈ ਇਹ ਜ਼ਰੂਰ ਉਹ ਦੇਖਦੇ ਸਨ ਤਾਂ ਕਿ ਉਹ ਟ੍ਰੈਡੀਸ਼ਨ ਜਿਹੜੀ ਹੈ ਥੋੜ੍ਹੀ ਕੀਤੀਆਂ ਨਹੀਂ ਟੁੱਟਦੀਆਂ, ਕੁਝ ਨਾ ਕੁਝ ਘੱਟ ਹੋ ਜਾਂਦੀਆਂ ਪਰ ਟੁੱਟਦੀਆਂ ਨਹੀਂ। ਇਸ ਲਈ ਬੱਚਿਆਂ ਵਾਸਤੇ ਵੀ ਅੱਜ ਲੋਹੜੀ ਦੇ ਤਿਉਹਾਰ ਦੇ ਉੱਤੇ ਦਾਸ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਕਾਹਲੀ ਨਹੀਂ ਕਰਨੀ। ਔਰ ਉਹ ਜਿਹੜੀ ਮੇਰੇ ਦੋਸਤ ਦੀ ਗੱਲ ਹੈ 5 ਸਾਲ ਇੱਕ ਦੂਜੇ ਨੂੰ ਜਾਣਦੇ ਸੀ, ਫਿਰ ਸ਼ਾਦੀ ਹੋ ਗਈ। ਸ਼ਾਦੀ ਹੋਣ ਤੋਂ ਬਾਅਦ ਹਨੀਮੂਨ ਤੇ ਗਏ ਔਰ ਹਨੀਮੂਨ ਤੋਂ ਹੀ ਇਹ ਤੁਸੀਂ ਬੰਦੇ ਨੂੰ ਉੱਦਾਂ ਹੀ ਧੱਕਾ ਲੱਗਦਾ ਸੁਣ ਕੇ, ਹਨੀਮੂਨ ਤੋਂ ਉਹ ਆਪਣੇ ਘਰ ਤੇ ਉਹ ਆਪਣੇ ਘਰ 5 ਸਾਲ ਇਕੱਠੇ ਰਹਿਣ ਤੋਂ ਬਾਅਦ ਯਾਨੀ ਦੋਸਤੀ ਨਿਭਾਉਣ ਤੋਂ ਬਾਅਦ। ਇਸ ਵਾਸਤੇ ਸਾਨੂੰ ਇਸ ਚੀਜ਼ ਦਾ ਵੀ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੈ। ਇੱਕ ਦਿਨ ਆਪਣੇ ਕਾਂਸ਼ੀ ਟੀਵੀ ਵੱਲੋਂ ਹੀ ਇੱਕ ਪ੍ਰੋਗਰਾਮ ਸੀ ਆਪਣੇ ਹਾਊਸ ਆਫ ਕਾਮਨ ਦੇ ਵਿੱਚ ਪਾਰਲੀਮੈਂਟ 'ਚ, ਤੇ ਮੈਂ ਜਾਣਾ ਹੀ ਸੀ। ਮੇਰੇ ਇੱਕ ਹੋਰ ਦੋਸਤ ਨੇ ਉਹ ਵਿਆਹਾਂ ਦੀ ਫਿਲਮਾਂ ਬਣਾਉਂਦੇ ਨੇ, ਫੋਟੋਗ੍ਰਾਫੀ ਕਰਦੇ ਨੇ, ਬਹੁਤ ਅੱਛੇ ਨੇ ਬੰਦੇ, ਤੇ ਉਹ ਮੈਨੂੰ ਮੇਰੇ ਨਾਲ ਉਹਨਾਂ ਵੀ ਜਾਣਾ ਸੀ ਤੇ ਅਸੀਂ ਦੋਵੇਂ ਇਕੱਠੇ ਗਏ। ਤੇ ਮੈਂ ਉਹਨਾਂ ਨੂੰ ਰਸਤੇ 'ਚ ਕਿਹਾ, ਮੈਂ ਕਿਹਾ ਕੋਈ ਵਿਆਹ ਸ਼ਾਦੀਆਂ ਦੀ ਗੱਲ ਦੱਸੋ। ਤੇ ਸੰਤ ਜਨੋ ਜਿਹੜੀ ਮੈਨੂੰ ਉਹਨੇ ਗੱਲਾਂ ਸੁਣਾਈਆਂ, ਕਹਿੰਦੇ ਇੱਕ ਸ਼ਾਦੀ ਹੋਈ 5 ਸਟਾਰ ਹੋਟਲ ਦੇ ਵਿੱਚ, ਰੋਟੀ ਪਾਣੀ ਸੀ ਔਰ ਉਹ ਜਿਹੜਾ ਮੁੰਡਾ ਸੀ ਉਹਦੀ ਦਾਦੀ ਆਈ ਸੀ ਇੰਡੀਆ ਤੋਂ ਵਿਆਹ ਵਾਸਤੇ, ਤੇ ਉੱਥੇ ਜਦੋਂ ਕੇਕ ਕੱਟਣ ਲੱਗੇ ਤੇ ਸ਼ੈਂਪੇਨ ਦੀ ਬੋਤਲ ਸੀ। ਹੁਣ ਪੰਜਾਬੋਂ ਆਈ ਦਾਦੀ ਨੂੰ ਕੀ ਪਤਾ ਸ਼ੈਂਪੇਨ ਦਾ, ਉਹ ਵਿਚਾਰੀ ਉਹ ਜਦੋਂ ਸ਼ੈਂਪੇਨ ਦੀ ਬੋਤਲ ਮਾਨ ਦੇਣ ਲਈ ਉਹ ਖੋਲੀ ਤੇ ਦਾਦੀ ਕੋਲ ਹਿੱਲ ਗਈ ਹੋਣੀ ਹੈ, ਤੇ ਉਹ ਜਿਹੜੇ ਉਹ ਵਾਈਨ ਸੀ ਉਹਦੀ ਉਹ ਲੜਕੀ ਦੇ ਲਹਿੰਗੇ ਤੇ ਪੈ ਗਈ। ਜਦੋਂ ਲਹਿੰਗੇ ਤੇ ਪੈ ਗਈ, ਅਜੇ ਸਟਾਰਟਰ ਹੀ ਛਕਿਆ ਸੀ, ਕੇਕ ਤੋਂ ਬਾਅਦ ਰੋਟੀ ਆਉਣੀ ਸੀ, ਔਰ ਜਦੋਂ ਪੈ ਗਈ ਤੇ ਕੁੜੀ ਨੇ ਸਿੱਧਾ ਹੀ ਕਹਿ ਦਿੱਤਾ ਸ਼ਿਟ। ਉਹਨੂੰ ਇੱਕ ਦੋ ਅੰਗਰੇਜ਼ੀ ਦੀਆਂ ਜਿਹੜੀਆਂ ਸ਼ਬਦ ਆਉਂਦੇ ਸੀ ਕੁੜੀ ਨੇ ਕਹਿ ਦਿੱਤੇ। ਮੁੰਡੇ ਨੇ ਵੀ ਹੁਣ ਗੁੱਸਾ ਵੀ ਤੇ ਫਿਰ ਪੰਜਾਬੀ ਸੀ, ਉਹਨੇ ਵੀ ਕਿਹਾ ਵੀ ਤੂੰ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਬੇਬੇ ਨੂੰ, ਮੇਰੀ ਦਾਦੀ ਨੂੰ ਇਹ ਸ਼ਬਦ ਕਹਿਣ ਦੀ। ਕਹਿੰਦੀ ਮੇਰਾ ਲਹਿੰਗਾ ਖਰਾਬ ਹੋ ਗਿਆ, ਇਹ ਵੋ, ਇਹਨੂੰ ਪਤਾ ਨਹੀਂ ਹੈ, ਆ ਜਾਂਦੇ ਨੇ ਇਹ ਵੋ। ਔਰ ਇਹ ਗੱਲ ਅਖਬਾਰ 'ਚ ਵੀ ਆਈ ਸੀ।
मैं दुल्ले भट्टी की गल कर रहा, वो कुड़ियां दे विआह उन्हें जंगल विच कर दिते सी, लेकिन उत्थों ही जंज अपने घर गई। कुड़ी ने मतलब फिर रोटी भी नहीं खाधी। हिसाब लगाओ 5 स्टार होटल दे विच रोटी माँ प्यो ने किस तरह कीती होनी है। माँ प्यो कई ते इत्थे जिहड़े समैदक विच रहिंदे ने बेचारे बरमटां च काम करदे रहे, गोडे भी रह गए उन्हां दे, इन्ना तत्ता काम हुंदा सी। और इन्नी दिन रात उन्होंने मेहनत की। बरमट कोल कास्ट दे विच 10,000 बंदा 3-4 फाउंडरियां सन उत्ते काम करदा सी। सारी उम्र दी इकट्ठी कीती हुई जिहड़ी कमाई धी दे विआह ते ला दित्ती, ते फिर उत्थों ही वापस चले जे बरात। तुसी हिसाब लाओ की होएगा। इस वास्ते सादगी तो उत्ते कोई चीज नहीं है। रिश्ता निभना चाहिए। रिश्ते नूं निभाना 5 स्टार होटल ने नहीं जे निभाना। रिश्ते नूं ना ही शराबां ते कबाबां ने निभाना। रिश्ता निभाण लई बच्चिआं नूं एडजस्टमेंट करन दी जरूरत हुंदी है। और जदों नूं धी आउंदी है साडे घर विच, ते सानू भी उहदे च बहुत कुछ सैक्रीफाइस करना पैंदा है, करना चाहिए। केवल उस पंडित ने जिहदियां कुड़ियां दुल्ले ने विआहियां वो नहीं, सानू अज भी। एक मैं कहानी सुनाया करना, सच्ची है, कि एक घर दे विच सੱਸ ਜਿਹੜੀ ਸੀ ਉਹ रसोई दे विच एक डब्बा ला रही सी। व्याम सी चीनी कच दा। तुन बहू आ गई। बहू ने क्या मम्मी जी मैं ला दिन्नी आ, उच्चा सी। बहू ने साड़ी बन्नी सी। ਉਹ ਜਦੋਂ ਵਿਚਾਰੀ ਲੱਗੀ ਉਹਨੂੰ ਉਤਾਰਨ, ਸੱਸ ਨੇ ਤੇ ਸ਼ੁਕਰ ਕੀਤਾ ਕਿ ਮੇਰੀ ਬਹੂ ਇੰਨੀ ਬਰਖੁਰਦਾਰ ਹੈ, ਮੇਰਾ ਧਿਆਨ ਰੱਖਦੀ ਪਈ। ਉਹ ਜਦੋਂ ਉਹ ਵਿਆਮ ਜਿਹੜਾ ਸੀ ਸਾੜੀ 'ਚ ਪੈਰ ਅੜ ਗਿਆ ਤੇ ਉਹ ਡਿੱਗ ਪਿਆ, ਤੇ ਉਹਦੇ ਵਿੱਚ ਘਿਓ ਸੀ ਮਾਈ ਨੇ ਬਣਾਇਆ ਆਪਣੇ ਘਰ ਦਾ, ਉਹ ਡੁੱਲ ਗਿਆ, ਵਿਆਮ ਹੀ ਟੁੱਟ ਗਿਆ। ਬਹੂ ਜਿਹੜੀ ਸੀ ਉਹ ਵਿਚਾਰੀ ਡਰ ਗਈ। क्या मम्मी जी सॉरी सॉरी मेरे को बहुत गलती हुई है। वो हुण उत्थे सੱਸ ਦਾ की फर्ज है। कई इहो जिहे ने तेनू मां ने नहीं सिखाया, तेनू बाप ने की यही सिक्ख्या ही है, साडा नुकसान करता ही, ये कीता ही, वो कीता ही। लेकिन वो दुल्ले भट्टी वर्गी सी। उसने कहा मेरी बेटी तू छड्ड, व्याम दा छड्ड, होर आ जाएगा, के होर बन जाएगा, तेनू तो नहीं सट वजी। और जदों बहू नूं सासे कवे मां बन के कि तेनू तो नहीं कोई सट वजी, संत जनों बहू दे मन विच राज पै गया, राज हो गया उस सस दा। वो राणी बन गई उहदे दिल दी। और साफ सूफ किया। टाइम लंघदा गया, होर दूहां दा प्यार हो गया, और सस फिर बीमार हो गई। मंजे ते ही जो सी टट्टी पेशाब बेचारी दा निकल जाया करे, और बहू साफ कराया करे। है इहो जिहा अज दे युग विच भी बच्चे है ने, पर उन्होंने इहो जिहा विहार किन्ने दिता? सस ने दिता। और वो सफाई करया करे। उपचारकता रूप विच कुड़ी दी मां जड़ी सी कुड़मणी दा पता लैन आई, बैठी। हुण उत्थों समैल आवे ते
ਹਾਲ ਚਾਲ ਪੁੱਛ ਕੇ ਇੱਕ ਪਾਸੇ ਲੈ ਗਈ ਆਪਣੀ ਧੀ ਨੂੰ ਮਾਂ, ਜਿਵੇਂ ਮਾਵਾਂ ਧੀਆਂ ਦਾ ਹੁੰਦਾ ਹੀ ਹੈ। ਔਰ ਇਹ ਜਿਨ੍ਹਾਂ ਦੀਆਂ ਧੀਆਂ ਵਿਆਹੀਆਂ ਨੇ ਉਹ ਮਾਵਾਂ ਵੀ ਸੁਣ ਲੈਣ ਮੇਰੀ ਇਹ ਗੱਲ। ਮੇਰੇ ਸਮੇਤ ਕੋਈ ਐਸਾ ਨਹੀਂ ਜਿਹਦੀ ਧੀ ਨਹੀਂ ਵਿਆਹੀ ਹੋਈ। ਔਰ ਉਹ ਪਾਸੇ ਲਿਜਾ ਕੇ ਉਹਨੂੰ ਕਹਿੰਦੀ ਏ, ਤੂੰ ਕੀ ਕਰਦੀ ਹੈ? ਤੈਨੂੰ ਬਦਬੂ ਨਹੀਂ ਆਉਂਦੀ ਇੱਥੋਂ? ਇਹਦੀ ਗੰਦਗੀ ਦੀ ਬਦਬੂ ਨਹੀਂ ਆਉਂਦੀ? ਤੇ ਉਸ ਬੱਚੀ ਨੇ ਆਪਣੀ ਮਾਂ ਨੂੰ ਫਿਰ ਜੋ ਜਵਾਬ ਦਿੱਤਾ, ਕਮਾਲ ਦਾ, ਮੇਰਾ ਦਿਲ ਖੁਸ਼ ਹੋ ਗਿਆ। ਬੱਚੀ ਨੇ ਕਿਹਾ, ਮਾਮੀ ਜੀ ਮੈਨੂੰ ਗੰਦਗੀ ਦੀ ਬੋ ਨਹੀਂ ਜੀ ਆਉਂਦੀ, ਮੈਨੂੰ ਤੇ ਘਿਓ ਦੀ ਖੁਸ਼ਬੂ ਆਉਂਦੀ ਹੈ, ਘਿਓ ਦੀ ਖੁਸ਼ਬੂ। ਇਸ ਵਾਸਤੇ ਗੁਰਮੁਖੋ ਪਿਆਰਿਓ, ਸਾਨੂੰ ਵੀ ਆਪਣੇ ਆਪ ਨੂੰ ਬਦਲਣ ਦੀ ਜ਼ਰੂਰਤ ਹੈ। ਅਸੀਂ ਘਰ ਵਿੱਚ ਵਰਤਾਰਾ ਕਮਾਲ ਹੋ ਜਾਂਦੀ ਏ ਕਿ ਜੇ 25-30 ਸਾਲ ਪਹਿਲਾਂ ਜਿਹੜੀ ਆਪ ਔਰਤ ਨੂੰਹ ਬਣ ਕੇ ਆਉਂਦੀ ਹੈ, ਆਪ ਵੀ ਕਦੇ ਨੂੰਹ ਬਣ ਕੇ ਆਈ ਸੀ, ਉਹ ਹੁਣ ਕਿਹੋ ਜਿਹੀਆਂ ਗੱਲਾਂ ਕਰਦੀ ਉਹਨੂੰ ਆਪਣਾ ਭੁੱਲ ਗਿਆ ਹੁੰਦਾ। ਚਾਹੀਦਾ ਤੇ ਇੰਝ ਹੈ, ਕਈ ਤੇ ਇੰਝ ਨੇ ਮੇਰੇ ਨਾਲ ਇੰਜੀ ਹੋਈ ਸੀ, ਮੈਂ ਵੀ ਇੰਜੀ ਕਰੂੰਗੀ। ਤੇ ਚਾਹੀਦਾ ਤੇ ਇੰਝ ਹੈ, ਜੇ ਕਿਸੇ ਸੱਸ ਨਾਲ ਬੇਇਨਸਾਫੀ ਹੋਈ ਸੀ ਜਦੋਂ ਉਹ ਆਈ ਸੀ, ਤੇ ਹੁਣ ਉਹ ਤੋਂ ਸਿੱਖਿਆ ਲਵੇ ਤੇ ਉਹ ਨਾ ਕਰੇ। ਉਹ ਉਸ ਤੋਂ ਉਲਟ ਉਸ ਨੂੰ ਧੀ ਬਣਾ ਲੈ। ਮੈਂ ਕਿਆ ਕਰਦਾ? ਕੋਈ ਵੀ ਸੱਸ ਜਿਹੜੀ ਹੈ ਉਹ ਆਪਣੀ ਧੀ ਨੂੰ ਉਦੋਂ ਚੇਤੇ ਕਰਦੀ ਹੈ ਜਦੋਂ ਨੂੰਹ ਧੀ ਨਹੀਂ ਬਣਦੀ। ਮੈਂ ਸਾਰੀਆਂ ਬੱਚੀਆਂ ਨੂੰ ਉਹਨਾਂ ਲਈ ਅਰਦਾਸ ਕਰਾਂਗਾ, ਧੀਆਂ ਬਣ ਜਾਓ। ਔਰ ਕੋਈ ਵੀ ਨੂੰਹ ਆਪਣੇ ਪੇਕਿਆਂ ਨੂੰ ਉਦੋਂ ਯਾਦ ਕਰਦੀ ਏ ਜਦੋਂ ਸੱਸ ਮਾਂ ਨਹੀਂ ਬਣਦੀ, ਤਾਂ ਹੀ ਉਹਦੇ ਮੂੰਹੋਂ ਨਿਕਲਦਾ ਹਾਏ ਮਾਂ, ਹਾਏ ਮਾਂ। ਤੇ ਜੇ ਕਿਤੇ ਹਰ ਘਰ ਵਿੱਚ ਸੱਸਾਂ ਮਾਵਾਂ ਬਣ ਜਾਣ ਤੇ ਨੂੰਹਾਂ ਧੀਆਂ ਬਣ ਜਾਣ, ਤੇ ਫਿਰ ਉਹ ਘਰ ਬੇਗਮਪੁਰ ਕਿਉਂ ਨਹੀਂ ਬਣੇਗਾ? ਸਾਧ ਸੰਗਤ, ਬੇਗਮਪੁਰ ਬਣਾਉਣਾ ਤੁਹਾਡੇ ਤੇ ਮੇਰੇ ਵੱਸ ਹੈ। ਰੱਬ ਨੇ ਇਸ ਸ੍ਰਿਸ਼ਟੀ ਨੂੰ ਬੇਗਮਪੁਰ ਬਣਾਇਆ, ਇਸ ਧਰਤੀ ਨੂੰ ਬੇਗਮਪੁਰ ਬਣਾਇਆ। ਹੁਣ ਤੱਕ ਦੀਆਂ ਜਿੰਨੀਆਂ ਧਰਤੀਆਂ ਤੋਂ ਅਸੀਂ ਫੋਟੋ ਵੇਖੀਆਂ ਨੇ, ਸਭ ਤੋਂ ਸੁੰਦਰ ਇਹ ਧਰਤੀ ਹੈ। ਕੋਈ ਇਹੋ ਜਿਹੀ ਧਰਤੀ, ਚਾਹੇ ਚੰਦਰਮਾ ਵੀ ਹੋਇਆ, ਧਰੂ ਤਾਰੇ ਤੋਂ ਫੋਟੋ ਆ ਗਈਆਂ, ਸਭ ਹੋਰ ਵੀ ਬਣਿਆ, ਲੇਕਿਨ ਇੱਕੋ ਇਹ ਧਰਤੀ ਹੈ ਜਿੱਥੇ ਬਰਫ਼ ਵੀ ਪੈਂਦੀ, ਜਿੱਥੇ ਗਰਮੀ ਵੀ ਹੈ, ਜਿੱਥੇ ਸਰਦੀ ਵੀ ਹੈ, ਜਿੱਥੇ ਹਰਿਆਵਲ ਵੀ ਹੈ, ਜਿੱਥੇ ਰੇਗਿਸਤਾਨ ਵੀ ਹੈ, ਸਮੁੰਦਰ ਵੀ ਹੈ, ਜਿੱਥੇ ਹਰ ਚੀਜ਼ ਹੈ। ਇਸ ਲਈ ਮਹਾਰਾਜ ਰਵਿਦਾਸ ਜੀ ਨੇ ਕਿਹਾ, ਇਸੇ ਧਰਤੀ ਨੂੰ ਬੇਗਮਪੁਰ ਬਣਾਣਾ। ਬੇਗਮਪੁਰ ਸ਼ਹਿਰ ਦਾ ਨਾਮ ਕਿਹਦਾ ਹੈ? ਕਿਸ ਸ਼ਹਿਰ ਦਾ ਨਾਮ ਹੈ? ਇੱਕ ਸ਼ਹਿਰ ਬਰਮਿੰਘਮ ਹੋਏਗਾ, ਲੇਕਿਨ ਉਸੇ ਬਰਮਿੰਘਮ ਵਿੱਚ ਮੇਰਾ ਇੱਕ ਛੋਟਾ ਜਿਹਾ ਘਰ ਹੈ ਜੋ ਮੇਰਾ ਸ਼ਹਿਰ ਹੈ। ਉਸ ਸ਼ਹਿਰ ਦਾ ਮੈਂ ਆਪ ਰਾਜਾ ਹਾਂ, ਕਿਉਂਕਿ ਘਰ ਦਾ ਬਜ਼ੁਰਗ ਮੈਂ ਰਾਜਾ ਹਾਂ। ਮੇਰੀ ਪਤਨੀ ਰਾਣੀ ਹੈ, ਔਰ ਮੇਰੇ ਜਿਤਨੇ ਵੀ ਬੱਚੇ ਅਸੀਂ ਇਕੱਠੇ ਰਹਿੰਦੇ ਹਾਂ, ਉਹ ਇਸ ਬੇਗਮਪੁਰ ਦੇ ਵਾਸੀ ਨੇ। ਇਸ ਲਈ ਔਰ ਮੈਂ ਕਿਆ ਕਰਨਾ, ਆਪਣੀ ਨੂੰਹ ਨੂੰ ਇੰਨਾ ਪਿਆਰ ਦਿਓ ਕਿ ਉਹ ਪੇਕਿਆਂ ਦਾ ਐਡਰੈਸ ਹੀ ਭੁੱਲ ਜਾਏ, ਪੇਕਿਆਂ ਦਾ ਐਡਰੈਸ ਭੁੱਲ ਜਾਏ। ਤੇ ਮੈਂ ਹਰ ਨੂੰਹ ਨੂੰ ਕਹਿਣਾ, ਆਪਣੀ ਸੱਸ ਨੂੰ ਮਾਂ ਤੋਂ ਵੱਧ ਕੇ ਸਤਿਕਾਰ ਦਿਓ, ਤਾਂ ਕਿ ਉਹ ਤੇਰੀ ਨਨਾਣ ਦਾ ਟੈਲੀਫੋਨ ਨੰਬਰ ਭੁੱਲ ਜਾਏ।
ਉਹਨੂੰ ਨਾ ਯਾਦ ਕਰੇ, ਤੈਨੂੰ ਹੀ ਯਾਦ ਕਰੇ। ਔਰ ਜੇ ਤੁਸੀਂ ਪਿਤਾ ਹੋ ਤੇ ਆਪਣੇ ਪੁੱਤ ਨੂੰ ਐਸੇ ਸੰਸਕਾਰ ਦਿਓ, ਕਿਤੇ ਵਿਆਹ ਸ਼ਾਦੀ ਤੇ ਕਿਤੇ ਇਕੱਠੇ ਹੋਏ, ਸਮਾਜ ਦੇ ਵਿੱਚ ਬਰਾਦਰੀ ਇਕੱਠੀ ਹੋਏ ਤੇ ਲੋਕ ਪੁੱਛਣ ਵੀ ਤੂੰ ਕਿਹੜਾ ਪੁੰਨ ਕੀਤਾ ਸੀ ਜਿਹੜਾ ਇਹੋ ਜਿਹਾ ਪੁੱਤਰ ਤੈਨੂੰ ਮਿਲਿਆ। ਔਰ ਪੁੱਤਰ ਹੋਏ ਤੇ ਐਸਾ, ਤੇ ਪੁੱਤਰ ਹੋਏ ਤੇ ਲੋਕ ਉਹਦੀ ਅਸ਼ ਕਰਨ ਕਿ ਵਾਕਈ ਕਿਸੇ ਖਾਨਦਾਨੀ ਪੁੱਤਰ ਹੈ। ਧੀ ਹੋਵੇ ਖਾਨਦਾਨੀ ਧੀ ਹੈ। ਇਸ ਲਈ ਲੋਹੜੀ ਦਾ ਜੋ ਤਿਉਹਾਰ ਹੈ ਸਾਨੂੰ ਸਾਡੀਆਂ ਜ਼ਿੰਮੇਵਾਰੀਆਂ ਦਾ ਚੇਤਾ ਕਰਾਉਂਦਾ ਹੈ। ਸਾਡੇ ਧੀਆਂ ਪੁੱਤਰਾਂ ਪ੍ਰਤੀ, ਚਾਚੇ ਤਾਇਆਂ ਪ੍ਰਤੀ, ਮਾਤਾ ਪਿਤਾ ਪ੍ਰਤੀ, ਦੋਸਤਾਂ ਮਿੱਤਰਾਂ ਪ੍ਰਤੀ। ਇਸ ਵਾਸਤੇ ਬਾਈਬਲ ਵਿੱਚ ਕਿਹਾ ਕਿ ਉਸ ਦੀ ਕ੍ਰਿਸਮਸ ਸੁਹਾਵਣੀ ਹੋਏਗੀ, ਉਹ ਤਾਂ ਹਰ ਦਿਨ ਸੁਹਾਵਣਾ ਹੋਏਗਾ ਜਿਹੜਾ ਗੁਰੂ ਦੀ ਮੱਤ ਅਨੁਸਾਰ ਚੱਲੇਗਾ। ਜੋ ਜੀਸਸ ਕ੍ਰਾਈਸਟ ਜੀ ਮਹਾਰਾਜ ਨੇ ਜੋ ਕਿਹਾ, ਜੋ ਉਸ ਅਨੁਸਾਰ ਚੱਲੇਗਾ। ਮਹਾਤਮਾ ਬੁੱਧ ਜੀ, ਉਹਨਾਂ ਦੇ ਜੋ ਵਚਨ ਨੇ ਕੇਵਲ ਬੋਧੀ ਕਹਿਲਾਉਣ ਦੇ ਨਾਲ ਨਹੀਂ, ਕੋਈ ਹਿੰਦੂ ਸਿੱਖ ਕਹਿਵਾਉਣ ਦੇ ਨਾਲ ਕੋਈ ਹਿੰਦੂ ਸਿੱਖ ਨਹੀਂ ਬਣਦਾ। ਸਾਧ ਸੰਗਤ ਸੰਤਾਂ ਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਅਸੀਂ ਉਂਝ ਹੀ ਰਹਿੰਦੇ ਹਾਂ ਜਿਵੇਂ ਪਹਿਲਾਂ ਰਹਿੰਦੇ ਸੀ, ਤੁਹਾਡੇ ਤੋਂ ਨਾਮਦਾਨ ਪ੍ਰਾਪਤ ਕੀਤਾ ਹੈ, ਲੇਕਿਨ ਤੁਸੀਂ ਸਾਨੂੰ ਕੋਈ ਨਵਾਂ ਚਿੰਨ੍ਹ ਨਹੀਂ ਦਿੱਤਾ, ਕੋਈ ਸਾਡੇ ਕੱਪੜੇ ਨਹੀਂ ਬਦਲੇ, ਅਸੀਂ ਉਸੇ ਤਰ੍ਹਾਂ ਰਹਿੰਦੇ ਹਾਂ, ਉਂਝ ਹੀ ਜੀਂਦੇ ਹਾਂ। ਤੇ ਅੱਗੋਂ ਮਹਾਂਪੁਰਸ਼ਾਂ ਨੇ ਕਿਹਾ, ਲੋਕ ਤੁਹਾਨੂੰ ਤੁਹਾਡੇ ਆਚਰਨ ਤੋਂ ਜਾਣਨਗੇ। ਅੱਜ ਦੇਖੋ ਤੁਸੀਂ, ਇਹ ਕਠਿਨਾਈ ਦੇ ਦਿਨਾਂ ਵਿੱਚ ਜਿਹੜੀਆਂ ਵੀ ਸੰਸਥਾਵਾਂ ਨੇ ਗਰੀਬਾਂ ਦਾ ਹੱਥ ਫੜਿਆ, ਦੁਖੀਆਂ ਦਾ ਹੱਥ ਫੜਿਆ, ਇਤਨੀ ਗਰੀਬੀ ਇਸ ਦੇਸ਼ ਵਿੱਚ ਵੀ ਹੈ। ਕਿਸੇ ਵੀ ਫੂਡ ਬੈਂਕ ਵਿੱਚ ਵੇਖਣੀ ਹੋਏ, ਕਿਸੇ ਵੀ ਫੂਡ ਬੈਂਕ ਵਿੱਚ ਜਾ ਕੇ ਦੇਖ ਲਓ ਕਿਸ ਤਰੀਕੇ ਨਾਲ ਲਾਈਨਾਂ ਲੱਗੀਆਂ ਗਰੀਬੀ ਦੀਆਂ। ਔਰ ਜਿਸ ਨੇ ਵੀ ਇਹਨਾਂ ਦਿਨਾਂ ਵਿੱਚ ਕਿਸੇ ਗਰੀਬ ਦੀ ਬਾਂਹ ਫੜੀ, ਉਹਨਾਂ ਦੇ ਕੌਮ ਦੇ ਨਾਂ ਰੋਸ਼ਨ ਹੋ ਗਏ। ਰਾਣੀ ਤੱਕ ਨੇ ਉਹਨਾਂ ਨੂੰ ਸ਼ਾਬਾਸ਼ ਦਿੱਤੀ, ਇੱਥੋਂ ਦੀ ਕੁਈਨ ਨੇ ਵੀ। ਸੋ ਇਸ ਵਾਸਤੇ ਆਓ ਸਾਧ ਸੰਗਤ, ਦਾਸ ਨੇ, ਕਿਉਂਕਿ ਮੈਨੂੰ ਬਹੁਤਾ ਤੇ ਨਹੀਂ ਦੁੱਲੇ ਭੱਟੀ ਦੀ ਗੱਲ ਯਾਦ ਸੀ, ਤੇ ਤੁਹਾਡੇ ਨਾਲ ਕਾਂਸ਼ੀ ਟੀਵੀ ਦੇ ਜਿੰਨੇ ਵੀ ਵੇਖਣ ਵਾਲੇ ਸਾਡੇ ਦਰਸ਼ਕ ਨੇ, ਉਹਨਾਂ ਦੇ ਜੀਵਨ ਵਿੱਚ ਕੋਈ ਤਬਦੀਲੀ ਆਏ ਲੋਹੜੀ ਦੀ। ਔਰ ਇਹ ਸਾਡੀ ਪ੍ਰੈਕਟੀਕਲ, ਕੇਵਲ ਮੂੰਗਫਲੀ ਖਾਣ ਨਾਲ ਗੱਲ ਨਹੀਂ ਜੇ ਬੰਨੀ, ਖਾਓ ਵੀ ਅੱਛੀ ਹੁੰਦੀ ਹੈ, ਰੇੜੀਆਂ ਵੀ ਠੀਕ ਨੇ, ਕੋਈ ਗੱਲ ਨਹੀਂ, ਭਾਵੇਂ ਇੰਡੀਆ ਤੋਂ ਹੀ ਆਉਂਦੀਆਂ ਨੇ, ਸਭ ਅੱਛਾ ਹੈ, ਲੇਕਿਨ ਇਕੱਠੇ ਹੋਵੋ ਪਰਿਵਾਰ, ਇਕੱਠੇ ਹੋ ਕੇ ਜ਼ਰੂਰ ਬੈਠੋ, ਦੁੱਖ ਸੁੱਖ ਵਿੱਚ ਸ਼ਾਮਲ ਹੋਵੋ। ਔਰ ਇੰਨਾ ਯਾਦ ਰੱਖੋ ਕਿ ਅਸੀਂ ਬੱਚਿਆਂ ਨੂੰ ਅਸੀਂ ਕੁਝ ਹੋਰ ਦੇ ਸਕੀਏ ਨਾ ਦੇ ਸਕੀਏ, ਅਸੀਂ ਸਾਦਗੀ ਦਈਏ, ਅਸੀਂ ਸ਼ੁਭ ਸੂਚਨਾਵਾਂ ਦਈਏ, ਆਪਣੇ ਸੰਸਕਾਰ ਦਈਏ, ਤਾਂ ਕਿ ਉਹ ਵੀ ਸਾਡੇ ਵਾਂਗੂ ਇਹ ਧੱਕੇ ਨਾ ਖਾਣ ਜਿਵੇਂ ਅਸੀਂ ਵੀ ਪਹਿਲਾਂ ਧੱਕੇ ਖਾਂਦੇ ਨੇ। ਇਸ ਵੇਲੇ ਇਸ ਦੇਸ਼ ਵਿੱਚ ਬੜੀ ਅਪਰਚੁਨਿਟੀ ਹਨ। ਜਿਸ ਦੇਸ਼ ਦੇ ਵਿੱਚ, ਔਰ ਤੁਸੀਂ ਦੇਖੋ ਇੰਡੀਅਨ ਭਾਈਚਾਰੇ ਦਾ ਕਿਤਨਾ ਨਾਂ ਰੋਸ਼ਨ ਹੈ। ਇੱਥੋਂ ਦੀ ਹੋਮ ਮਿਨਿਸਟਰ ਇੰਡੀਅਨ, ਇੱਥੋਂ ਦਾ ਫਾਈਨੈਂਸ ਮਿਨਿਸਟਰ ਇੰਡੀਅਨ, ਇੱਥੋਂ ਦਾ ਇੰਡਸਟਰੀ ਮਿਨਿਸਟਰ ਇੰਡੀਅਨ, ਅਜੇ ਬਾਕੀ ਵੀ ਕੈਬਨਿਟ 'ਚ ਹੋਰ ਵੀ ਹੈ। ਤੇ ਇਸ ਵਕਤ ਜੇ ਅਮਰੀਕਾ ਦੇ ਵਿੱਚ ਇਲੈਕਸ਼ਨ ਹੋਈ, ਇੰਡੀਅਨ ਓਰੀਜਨ ਦੀ ਉਹ ਜਿਹੜੀ ਔਰਤ ਉਸ ਮੁਲਕ ਦੀ ਵਾਈਸ ਪ੍ਰੈਜ਼ੀਡੈਂਟ ਚੁਣੀ ਗਈ ਹੈ, ਜਿਹੜਾ ਮੁਲਕ ਆਪਣੇ ਆਪ ਨੂੰ ਦੁਨੀਆ ਦਾ ਲੰਬੜਦਾਰ ਗਿਣਦਾ, ਅਮਰੀਕਾ। ਸੋ ਇਹ ਅਪਰਚੁਨਿਟੀ ਹੈ ਸਾਡੇ ਬੱਚਿਆਂ ਵਾਸਤੇ।
मैं बच्चों ਨੂੰ ਵੀ ਕਾਂਸ਼ੀ ਟੀਵੀ ਵੱਲੋਂ ਇਹ ਆਖੂੰਗਾ, ਕਹੂੰਗਾ, ਬੇਨਤੀ ਕਰੂੰਗਾ, ਪੜ੍ਹੇ ਲਿਖੇ ਹੋ। ਮੈਂ ਇਹ ਨਹੀਂ ਕਹਿੰਦਾ ਅਸੀਂ ਕਾਂਸ਼ੀ ਟੀਵੀ ਤੋਂ ਇਹ ਨਹੀਂ ਕਹਿ ਸਕਦੇ ਕਿਸ ਪਾਰਟੀ ਨੂੰ ਜੁਆਇਨ ਕਰੋ, ਲੇਕਿਨ ਇਹ ਜ਼ਰੂਰ ਕਰਾਂਗਾ ਇੱਥੋਂ ਦੀ ਰੋਜ਼ਮਰਾ ਜ਼ਿੰਦਗੀ ਦਾ ਹਿੱਸਾ ਬਣ ਜਾਓ, ਇੱਥੋਂ ਦੇ ਪੂਰੇ ਮੈਂਬਰ ਬਣ ਜਾਓ, ਕਿਉਂਕਿ ਇੱਥੋਂ ਜਾਣਾ ਜੂਣਾ ਤੇ ਕਿਸੇ ਹੈ ਨਹੀਂ। ਜਿਹੜੇ ਗਏ ਨੇ ਇੱਥੋਂ 30-30 40-40 ਸਾਲ 50-50 ਸਾਲ ਕੰਮ ਕਰਕੇ ਉਹ ਫਿਰ ਉੱਥੋਂ ਮੁੜ ਆਏ ਨੇ। ਇੱਥੋਂ ਇਹੋ ਜਿਹੀਆਂ ਖਬਰਾਂ ਆਉਂਦੀਆਂ ਨੇ, ਵਿਚਾਰਾ ਬੰਦਾ ਜਾਂਦਾ ਚੰਗਾ ਭਲਾ ਮੁੜ ਆਏ, ਇੰਨਾ ਹੀ ਬਹੁਤ ਹੈ। ਇਸ ਵਾਸਤੇ ਜਾਣਾ ਵੀ ਕਿਸੇ ਨਹੀਂ। ਇੱਥੋਂ ਦੇ ਕਿਉਂ ਨਾ ਅਸੀਂ ਪੂਰੇ ਹਿੱਸੇਦਾਰ ਬਣੀਏ ਔਰ ਸਾਰੇ ਤਿਉਹਾਰ ਕਦੇ ਸੁਣਿਆ ਸਜੇ। ਮੈਂ 2-3 ਵਾਰੀ ਤੇ ਮੈਂ ਵੀ ਗਿਆ 10 ਡਾਊਨਿੰਗ ਸਟਰੀਟ ਪ੍ਰਾਈਮ ਮਿਨਿਸਟਰ ਦੇ ਦਫ਼ਤਰ ਦੇ ਵਿੱਚ ਸਾਡੇ ਤਿਉਹਾਰ ਮਨਾਏ ਜਾਂਦੇ, ਵਿਸਾਖੀ ਮਨਾਈ ਜਾਂਦੀ ਹੈ, ਦੀਵਾਲੀ ਮਨਾਈ ਜਾਂਦੀ ਹੈ, ਕਦੇ ਨਹੀਂ ਸੀ ਸੁਣਿਆ, ਲੇਕਿਨ ਇਹ ਹੋ ਗਿਆ ਹੁਣ। ਇਸ ਲਈ ਮੈਂ ਅਰਦਾਸ ਕਰਨਾ ਸਾਰੇ ਭੈਣਾਂ ਭਰਾ ਮਿਲ ਜੁਲ ਕੇ ਤੁਸੀਂ ਬੱਚਿਆਂ ਨੂੰ ਉਤਸ਼ਾਹ ਦਿਓ, ਇੱਥੋਂ ਦੇ ਪੂਰੇ ਹਿੱਸੇਦਾਰ ਬਣਨ। ਔਰ ਹੁਣ ਤੇ ਇਟਲੀ ਵਿੱਚ ਵੀ, ਜਰਮਨੀ ਵਿੱਚ ਇੱਕ ਬੱਚਾ ਆਪਣਾ ਜਨਵਰੀ ਵਿੱਚ ਹੀ, ਹੁਣ ਜਰਮਨੀ ਦੇ ਵਿੱਚ ਜਨਵਰੀ ਦੇ ਵਿੱਚ ਇਲੈਕਸ਼ਨ ਨੇ, ਉਹ MP ਬਣ ਜਾਣਾ, ਉਹਨੂੰ ਨੰਬਰ 1 ਤੇ ਦਿੱਤਾ ਗਿਆ। ਸੋ ਬਾਕੀ ਵੀ ਸਭ ਜਗ੍ਹਾ ਜਿੱਥੇ ਜਿੱਥੇ ਵੀ ਨੇ, ਆਇਰਲੈਂਡ ਦਾ ਜਿਹੜਾ ਪਹਿਲਾ ਪ੍ਰਾਈਮ ਮਿਨਿਸਟਰ ਸੀ ਉਹ ਇੰਡੀਅਨ ਓਰੀਜਨ ਦਾ ਸੀ, ਪੁਰਤਗਾਲ ਦਾ ਵੀ ਇੰਡੀਅਨ ਓਰੀਜਨ ਦਾ ਸੀ। ਸੋ ਬਹੁਤ ਨੇ, ਤੁਹਾਡੇ ਵਾਸਤੇ ਵੀ ਬੱਚਿਆਂ ਵਾਸਤੇ ਮੈਦਾਨ ਖੁੱਲ੍ਹਾ ਹੈ, ਅੱਗੇ ਵੱਧ ਕੇ ਹਿੱਸਾ ਲਓ ਔਰ ਆਪਣੀ ਵਿਆਹੁਤਾ ਜੀਵਨ ਵੀ, ਫੈਮਿਲੀ ਲਾਈਫ ਵੀ ਉਹ ਬਹੁਤ ਕਾਮਯਾਬ ਕਰੋ, ਤਾਂ ਕਿ ਰੋਲ ਮਾਡਲ ਜਿਹਾ ਬਣੇ। ਅੱਛਾਈਆਂ ਲਵੋ ਇਸ ਦੇਸ਼ ਦੀਆਂ, ਬੁਰਾਈਆਂ ਨਹੀਂ ਲੈਣੀਆਂ। ਦੇਦਾਸ ਕੋਲੋਂ ਕੋਈ ਗਲਤੀ ਹੋ ਗਈ ਹੋਏ ਮਾਫ ਕਰਨਾ। ਹੈਪੀ ਲੋਹੜੀ ਸਾਰਿਆਂ ਨੂੰ। ਜੈ ਗੁਰਦੇਵ, ਧੰਨ ਗੁਰਦੇਵ।